हाँ जी स्टूडेंट्स, आप करन लगे बेटा चैप्टर नंबर 7 यूक्लिड ज्योमेट्री अपना चैप्टर है। उदे क्वेश्चंस ठीक है 50 क्वेश्चंस है। सारे ही क्वेश्चंस आप डिस्कस करेंगे बेटा। सारा ही चैप्टर बहुत आसान है, थ्योरी बेस्ड चैप्टर है। थ्योरी च जो आपने पढ़िया होया है सारा कुछ आपको एज इट इज ही क्वेश्चन के तौर पर पूछा जाता है। ठीक है, फर्स्ट क्वेश्चन है द बाउंड्रीज ऑफ सॉलिड्स आर कॉल्ड। कहते ठोसां ਦੀਆਂ सीमावां ਨੂੰ ਕੀ ਕਿਹਾ ਜਾਂਦਾ है। तो आपने सारा पढ़िया सी भी ਜਿਹੜੇ सॉलिड है सॉलिड ਦੀਆਂ ਬਾਉਂਡਰੀਜ਼ ਹੁੰਦੀਆਂ ਆਪਣੇ ਕੋਲੇ ਸਰਫੇਸਿਸ। ठीक है, ਸਰਫੇਸਿਸ ਜਿਹਨੂੰ ਸਤਹ ਕਹਿੰਦੇ ਆ। ਸਤਹਾਂ ਦੀਆਂ ਬਾਉਂਡਰੀਜ਼ ਕੀ ਹੁੰਦੀਆਂ, ਰੇਖਾਵਾਂ ਹੁੰਦੀਆਂ, ਲਾਈਨਾਂ ਤੇ ਲਾਈਨਾਂ ਦੀਆਂ ਬਾਉਂਡਰੀਜ਼ ਕੀ ਹੁੰਦੀਆਂ, ਬਿੰਦੂ ਹੁੰਦੇ ਆ, ਐਂਡ ਪੁਆਇੰਟਸ। ठीक है, पॉइंट्स होंगे। बहुत चंगी तरह आप किया होया याद रखना। द फर्स्ट नॉन प्रूफ पहली थ्योरम सी जिहड़ी अपनी आपां ये पढ़ी सी कि जिहड़ा सर्कल है सर्कल नूं जिहड़ा ओहदा डायमीटर है व्यास है दो बराबर भागां विच वंडदा है। कहंदे ये थ्योरम किने प्रूव कराई सी आपां नूं। सारे नालों पहली थ्योरम जिहड़ी अज तक आपां नूं पता है वो दित्ती सी आपां नूं थेल्स ने। ठीक है जी, द एजिज ऑफ द सरफेसिस आर ਜਿਹੜੀਆਂ ਸਤਹਾਂ ਹੁੰਦੀਆਂ ਸਤਹਾਂ ਦੇ ਕਿਨਾਰੇ ਕੀ ਹੁੰਦੇ ਆ। ਤਾਂ ਆਪਾਂ ਉੱਪਰ ਹੁਣੇ ਕਿਹਾ ਕਿ ਠੋਸਾਂ ਦੇ ਕਿਨਾਰੇ ਸਤਹ ਹੁੰਦੀਆਂ, ਸਤਹਾਂ ਦੇ ਕਿਨਾਰੇ ਰੇਖਾਵਾਂ ਹੁੰਦੀਆਂ ਤੇ ਰੇਖਾਵਾਂ ਦੇ ਕਿਨਾਰੇ ਬਿੰਦੂ। ਬਾਰ-ਬਾਰ ਬੋਲਣ ਨਾਲ ਕੀ ਹੁੰਦਾ ਬੇਟਾ ਆਪਾਂ ਨੂੰ ਯਾਦ ਹੋ ਜਾਂਦੀਆਂ ਚੀਜ਼ਾਂ। ਠੀਕ ਹੈ, ਤਾਂ ਐਜਿਸ ਆਫ ਸਰਫੇਸਿਸ ਕੀ ਹੈ, ਲਾਈਨਸ ਹੈ। ਠੀਕ ਹੈ ਜੀ, ਚੌਥਾ क्वेश्चन है देयर आर डैश नंबर ऑफ यूक्लिड पोस्टुलेट। यूक्लिड दे पोस्टुलेट किन्ने हन। पोस्टुलेट मतलब मूल धारणावां। तो मूल धारणावां किन्नियां सी अपने कोले, मूल धारणावां 5 सीगियां। ठीक है, इन एंशिएंट इंडिया द शेप्स ऑफ अल्टर्स यूज्ड फॉर हाउसहोल्ड रिचुअल्स। तो आपने क्या सी कि ਆਪਾਂ ਇਹ ਮੰਨਦੇ ਆ ਵੀ ਜਿਹੜੀ ਜਿਓਮੈਟਰੀ ਸੀਗੀ, ਜਿਓਮੈਟਰੀ ਦੀ ਸ਼ੁਰੂਆਤ ਜਿਹੜੀ ਵੈਦਿਕ ਕਾਲ ਦੇ ਵਿੱਚ ਜਿਹੜੇ ਉਹਨਾਂ ਦੇ ਰੀਤੀ ਰਿਵਾਜ ਸੀ ਉਹਨਾਂ ਨੂੰ ਕਰਨ ਵਾਸਤੇ ਉਹ ਚਬੂਤਰੇ ਬਣਾਉਂਦੇ ਸੀ, ਹਨਾ। ਤਾਂ ਚਬੂਤਰੇ ਆਪਾਂ ਕਿਹਾ ਸੀ ਵੀ ਜਿਹੜੇ ਤਾਂ ਆਪਦੇ ਘਰੇਲੂ ਰੀਤੀ ਰਿਵਾਜ ਸੀ ਉਹਨਾਂ ਵਾਸਤੇ ਤਾਂ ਦੋ ਤਰ੍ਹਾਂ ਦੇ ਹੀ ਬਣਾਏ ਜਾਂਦੇ ਸੀ, ਵਰਗ ਅਤੇ ਚੱਕਰ। ਦੋਨਾਂ ਵਿੱਚੋਂ ਕੋਈ ਇੱਕ ਜਾਂ ਵਰਗ ਦਾ ਬਣਾ ਲੈਂਦੇ ਸੀ ਜਾਂ ਫਿਰ ਚੱਕਰ ਦਾ ਬਣਾ ਲੈਂਦੇ ਸੀਗੇ, ਸਰਕਲ, ਹਨਾ। ਲੇਕਿਨ ਜਿਹੜੇ ਜਨਤਕ ਹੁੰਦੇ ਸੀ, ਪਬਲਿਕ, ਠੀਕ ਹੈ, ਇਕੱਠੇ ਲੋਕਾਂ ਨੂੰ ਇਕੱਠੇ ਕਰਕੇ ਤਾਂ ਉੱਥੇ ਥੋੜੇ ਵਧੀਆ ਤਰੀਕੇ ਦੇ ਚਬੂਤਰੇ ਬਣਾਏ ਜਾਂਦੇ ਸੀ ਜਿਨ੍ਹਾਂ 'ਚ ਆਪਾਂ ਕਹਿੰਦੇ ਸੀ ਸੁਮੇਲ ਹੁੰਦਾ ਸੀ ਇੱਕ ਤੋਂ ਵੱਧ ਤਰ੍ਹਾਂ ਦਾ, ਹਨਾ। ਇੱਕ ਤੋਂ ਵੱਧ मतलब कोई कुछ हिस्सा ਉਹਦਾ ਆਇਤਾਕਾਰ ਬਣਾਤਾ, ਕੁਝ ਵਰਗਾਕਾਰ ਬਣਾਤਾ। ਠੀਕ ਹੈ, ਤਾਂ ਉਹ ਕੀ ਸੀ ਆਪਣੇ ਕੋਲੇ ਘਰੇਲੂ ਵਾਸਤੇ ਤਾਂ ਇੱਕ ਤਰ੍ਹਾਂ ਦਾ ਹੀ ਬਣਾਉਂਦੇ ਸੀ, ਜਾਂ ਵਰਗ ਜਾਂ ਚੱਕਰ ਟਾਈਪ ਦਾ। ਤੇ ਜਿਹੜਾ ਜਨਤਕ ਸੀਗੇ ਆਪਣੇ ਉਹਦੇ ਵਾਸਤੇ ਆਪਣੇ ਕੋਲੇ ਸੁਮੇਲ ਕੀਤਾ ਜਾਂਦਾ ਸੀ, ਕੰਬੀਨੇਸ਼ਨ ਬਣਾਇਆ ਜਾਂਦਾ ਸੀ। ਤਾਂ ਕੰਬੀਨੇਸ਼ਨ ਕਰਕੇ ਕਹਿੰਦੇ ਕਾਦੇ ਵਾਸਤੇ ਕਰਦੇ ਸੀ, ਹਾਊਸਹੋਲਡ ਵਾਸਤੇ ਕਿ ਪਬਲਿਕ ਵਾਸਤੇ। ਤਾਂ ਪਬਲਿਕ ਰਿਚੁਅਲਸ। ਠੀਕ ਹੈ, ਜਿੱਥੇ ਸਾਰੇ ਲੋਕਾਂ ਨੇ ਇਕੱਠੇ ਹੋਣਾ ਸੀ ਤਾਂ ਥੋੜਾ ਵਧੀਆ ਢੰਗ ਦੇ ਚਬੂਤਰੇ ਬਣਾਏ ਜਾਂਦੇ ਸੀ ਉੱਥੇ ਜਿਹੜੇ ਸੋਹਣੇ ਲੱਗਣ। ਠੀਕ ਹੈ, 7ਵਾਂ क्वेश्चन ਹੈ ਨੰਬਰ ਆਫ ਇੰਟਰਵੂਵਨ ਆਈਸੋਲਿਸ ਟ੍ਰਾਇੰਗਲਸ ਇਨ ਸ਼੍ਰੀ ਯੰਤਰ। ਆਪਾਂ ਸ਼੍ਰੀ ਯੰਤਰ ਦੀ ਡਾਇਗਰਾਮ ਵੀ ਨੋਟਸ ਬਣਾਈ ਹੋਈ ਹੈ। ਤਾਂ ਆਪਾਂ ਕਿਹਾ ਸੀ ਸ਼੍ਰੀ ਯੰਤਰ ਦੇ ਵਿੱਚ ਕੀ ਹੈ, ਤ੍ਰਿਭੁਜਾਂ ਬਣੀਆਂ ਹੋਈਆਂ ਜਿਹੜੀਆਂ ਅੰਦਰ ਦੀ ਅੰਦਰ ਇੱਕ ਦੂਜੇ ਦੇ ਵਿੱਚ ਉਲਝੀਆਂ ਹੋਈਆਂ। ਤਾਂ ਟੋਟਲ ਜਿਹੜੀਆਂ ਤ੍ਰਿਭੁਜਾਂ ਬਣਦੀਆਂ ਸੀ ਉਹਨਾਂ ਦੀ ਗਿਣਤੀ ਕਿੰਨੀ ਸੀ ਜੀ ਆਪਣੇ ਕੋਲੇ 9। ਠੀਕ ਹੈ, ਤਾਂ ਯੂਕਲਿਡ ਨੇ ਇੱਕ ਬੁੱਕ ਲਿਖੀ ਸੀਗੀ, ਤਾਂ ਕਿਤਾਬ ਵੀ ਕਹਿ ਸਕਦੇ ਆ, ਗ੍ਰੰਥ ਵੀ ਕਹਿ ਦਿੰਦੇ ਆ ਉਹਨੂੰ। ਤਾਂ ਉਹਦੇ ਗ੍ਰੰਥ ਦਾ ਕੀ ਨਾਮ ਸੀਗਾ, ਐਲੀਮੈਂਟਸ। ਤਾਂ ਉਹਦੇ ਵਿੱਚ ਕਹਿੰਦਾ ਕਿੰਨੇ ਚੈਪਟਰ ਸੀਗੇ, ਕਿੰਨੇ ਅਧਿਆਏ ਵੰਡੇ ਹੋਏ ਸੀਗੇ। ਤਾਂ ਆਪਾਂ ਪੜਿਆ ਉਹਦੇ ਕਿੰਨੇ ਅਧਿਆਏ ਸੀ ਬੇਟਾ, 13। ਠੀਕ ਹੈ, ਤਾਂ ਯੂਕਲਿਡ ਕਿਹੜੀ ਕੰਟਰੀ ਨੂੰ ਬਿਲੋਂਗ ਕਰਦਾ ਸੀਗਾ। ਠੀਕ ਹੈ, ਨਾਲ ਨਾਲ ਦੱਸ ਵੀ ਸਕਦੇ ਹੋ। ਤਾਂ ਯੂਕਲਿਡ ਕਿਹੜੀ ਕੰਟਰੀ ਨੂੰ ਕਰਦਾ ਸੀ, ਗ੍ਰੀਸ। ਗ੍ਰੀਸ ਜਿਹਨੂੰ ਕਿ ਹੋ ਸਕਦਾ ਹੈ ਕਈ ਜਗ੍ਹਾ ਅਗਰ ਆਪਾਂ ਪੜਾਂਗੇ ਤਾਂ ਯੂਨਾਨ ਵੀ ਲਿਖਿਆ ਹੁੰਦਾ ਹੈ ਨਾ। ਯੂਨਾਨੀ ਵੀ ਕਹਿ ਦਿੰਦੇ ਆਪਾਂ, ਜਿਹੜੇ ਗ੍ਰੀਕ ਲੋਕ ਸੀ ਉਹਨਾਂ ਨੂੰ ਯੂਨਾਨੀ ਵੀ ਕਹਿ ਦਿੰਦੇ ਆ। ਤਾਂ ਗ੍ਰੀਸ ਲਿਖਿਆ, ਹੋ ਸਕਦਾ ਆਪਾਂ ਨੂੰ ਯੂਨਾਨ ਵੀ ਲਿਖਿਆ ਆ ਜੇ। ਠੀਕ ਹੈ, ਤਾਂ ਥੇਲਸ ਕਿੱਥੇ ਸੀ, ਥੇਲਸ ਵੀ ਉੱਥੋਂ ਦਾ ਹੀ ਸੀਗਾ। ਤਾਂ ਫਿਰ ਉਹੀ ਗੱਲ ਹੈ, ਗ੍ਰੀਸ ਵੀ ਲਿਖਿਆ ਹੋ ਸਕਦਾ ਬੇਟਾ, ਯੂਨਾਨ ਵੀ ਲਿਖਿਆ ਹੋ ਸਕਦਾ। ਠੀਕ ਹੈ, ਤਾਂ ਆਪਾਂ ਨੂੰ ਇਹ ਵੀ ਪੁੱਛ ਸਕਦੇ ਆ ਵੀ ਯੂਕਲਿਡ ਕੌਣ ਸੀ। ਤਾਂ ਇੱਕ ਯੂਨਾਨੀ ਸੀਗਾ ਉਹ। ਠੀਕ ਹੈ, ਤਾਂ क्वेश्चन नंबर 11 पाइथागोरस वाज ए स्टूडेंट ऑफ। ਤਾਂ ਆਪਾਂ ਪੜਿਆ ਸੀ ਥਿਊਰੀ ਚ ਕਿ ਪਾਈਥਾਗੋਰਸ ਕੀ ਸੀਗਾ, ਕੀ ਤੋਂ ਪੜਿਆ ਸੀਗਾ, ਥੇਲਸ ਤੋਂ, ਹਨਾ। ਪਾਈਥਾਗੋਰਸ ਥੇਲਸ ਦਾ ਇੱਕ ਵਿਦਿਆਰਥੀ ਸੀ। ਠੀਕ ਹੈ ਜੀ, the statement that the lines are parallel if they do not intersect। ਕਹਿੰਦੇ ਆਪਾਂ ਇਹ ਮੰਨਦੇ ਆ ਨਾ ਕਿ ਰੇਖਾਵਾਂ
समांतर रेखावां किहड़ियां हुंदियां जिहड़ियां कदे कटदियां नहीं, ठीक है। तां इहनूं आपां की मंनदे आ, कहंदे एक परिभाषा मंनदे आ, मूल धारणा मंनदे आ, स्वै सिद्ध मंनदे आ कि एक थ्योरम मंनदे आ। की चीज़ है ये भी दो रेखावां समांतर हुंदियां जे ओह एक दूजे नूं कटदियां नहीं हन। की लगदा की चीज़ है ये? परिभाषा है ना। तो ये की है, एक परिभाषा है। मतलब आपां जे आपां नूं कोई पुछदा भी दसो समांतर रेखावां किहड़ियां हुंदियां तां आपां कहने आ वो दो रेखावां जिहड़ियां कदे भी एक दूजे नूं कटदियां नहीं। तो ये परिभाषा दित्ती है ना, आपां परिभाषित कीता उस चीज़ नूं, ठीक है। तो पिरामिड की हुंदे आ, कहंदे पिरामिड सॉलिड फिगर हुंदियां, ठोस चित्र हुंदे हैगे, ठोस आकृतियां हुंदियां ते उन्हां दा बेस की हुंदा है, आधार की हुंदा है उन्हां दा। आपां कहा सी आधार कोई भी बहुभुज हो सकदा है, चतुर्भुज भी हो सकती है, वो पंचभुज भी हो सकती है, छठभुज भी हो सकती है। जे चतुर्भुज है तो चतुर्भुज च वर्ग भी हो सकता है, आयत भी हो सकती है ना, कुछ भी हो सकता है। पर जिहड़ियां ओहदियां पासे वालियां सतहां हुंदियां सी, ओह की हुंदियां सी? वर्ग भी हो सकती। पासे वालियां बेटा फिक्स है, पासे वालियां जिहड़ियां सतहां हुंदियां ओह हमेशा त्रिकोण हुंदे आ, लेकिन जिहड़ा आधार है, आधार किसी भी तरह की बहुभुज हो सकती है। पासे वाले फिक्स है, वो नहीं बदल सकते, ठीक है ना। देखो एक पिरामिड दे पासे दे चेहरे हन, द साइड फेसेस ऑफ ए पिरामिड तो फिक्स है, त्रिकोण होंगे, होर कुछ नहीं हो सकते, ठीक है। आधार कुछ भी हो सकता है, लेकिन जिहड़े साइड फेस है वो फिक्स है, वो ट्रायंगल्स ही हुंदी है। तो विच ऑफ द फॉलोइंग इज एन एक्सियम, तो इन्हां चों कहंदा एक्सियम किहड़ा हैगा, ठीक है। तो स्वै सिद्ध, स्वै सिद्ध किहड़ा है? थ्योरम्स है, डेफिनेशंस है, यूनिवर्सल ट्रुथ इन ऑल ब्रांचेस ऑफ मैथमेटिक्स, यूनिवर्सल ट्रुथ स्पेसिफिक टू ज्योमेट्री। तो आपां कहा सी जिहड़े स्वै सिद्ध हुंदे आ, एक्सियम हुंदे आ, वो की हुंदे आ? वो सैल्फ एविडेंट हुंदे आ, मतलब उन्हां नूं सिद्ध करन दी तां लोड़ नहीं हुंदी, पर वो वरते कित्थे जांदे आ? पूरे मैथ च वरते जांदे आ कि कल्ली ज्योमेट्री च? पूरे मैथ पूरे मैथ च। तो फिर आंसर की आऊगा? गणित दीयां सारियां शाखावां, है ना, सारे किते वरत्या जाण वाला व्यापक सच है जिहड़ा असीं सारे पासे पूरे मैथ दे विच वरतदे आ, कल्ली ज्योमेट्री च नहीं वरतदे, ठीक है। 16 नंबर क्वेश्चन है बेटा, व्हाट इज द मिनिमम नंबर ऑफ लाइन्स रिक्वायर्ड टू मेक ए क्लोज्ड फिगर। कहना बंद चित्र बनाउण लई घट्टो घट किन्नियां लाइनां दी लोड़ हुंदी है। हुण मान लो आपां देखो एक लाइन लैती, तां एक लाइन नाल जिहड़ा अपने कोले डायग्राम कोई बनिया ही नहीं, है ना, एक लाइन बन गई। जे आपां दो डायग्राम्स दो लाइनां लवांगे तो जिहड़ा चित्र है ये बंद नहीं होया, है ना। एक ही इधरों भी खुला पिया, इधरों भी खुला पिया। जे इहनूं बंद करना है तो घट्टो घट किन्नियां लाइनां लैणियां पैणगीਆਂ? 3 लाइनां लैणियां पैणगीਆਂ। 3 लाइनां नाल आपां एक त्रिकोण बना सकते हैं। ये नहीं भी हमेशा ही जे आपां 3 लाइनां लवांगे तो एक बंद ही बनूगी, वो ऐ भी बन सकती है ना। पर कहंदा जे तुसीं बंद बनाउणा चाहुंदे हो तो घट्टो घट किन्नियां लैणियां पैणगीਆਂ? तो घट्टो घट आपां नूं 3 लैणियां पैणगीਆਂ। 3 तो घट लाइनां लैके आपां बंद चित्र नहीं बना सकते, सही है। 3 तो ਵੱਧ लैके तो बना सकते हैं। हुण जे मान लो आपां चतुर्भुज बनाउणी है तो आपां कह जी असीं 4 लैके भी बना सकते हैं, असीं 5 लैके भी बना सकते हैं, ਵੱਧ जिन्नियां मर्जी लै लो, लेकिन घट्टो घट किन्नियां लैणियां पैणगीਆਂ आपां नूं? 3 लाइनां लैणियां पैणगीਆਂ। 3 तो घट लाइनां नाल एक बंद चित्र नहीं बनाया जा सकता। नैक्सट बेटा अपने कोले ये सारे अपने सीधे सीधे क्वेश्चन अपने कोले थ्योरी च लिखे हुए हैं भी एक ठोस है, ठोस दे किन्ने माप हुंदे आ, सॉलिड दे किन्ने डायमेंशन हुंदे आ? 3 हुंदे आ। किहड़े हुंदे आ? लेंथ हुंदी है, लंबाई, चौड़ाई ते ऊंचाई। ऊंचाई भी कह सकते हैं या फिर असीं की कहने हैं गहराई भी हो सकती है ना। तो लंबाई, चौड़ाई ते ऊंचाई या फिर गहराई 3 माप हुंदे आ, ठीक है। ए पॉइंट हैज, बिंदु दे किन्ने माप हुंदे आ? 0 सर। बिंदु दा कोई ना कोई लंबाई, ना कोई चौड़ाई, ना कोई ऊंचाई, कुछ नहीं हुंदा, 0 माप। लाइन दे इक्को ही हुंदे आ, कल्ली लंबाई हुंदी है लाइन दे विच, कोई चौड़ाई नहीं, कोई मोटाई नहीं, कोई ऊंचाई नहीं। सतह दे 2 माप हुंदे आ, ठीक है। ज्यादातर आपां ने कहा सी किहड़े-किहड़े 2 हुंदे आ? लंबाई ते चौड़ाई, ठीक है। फिर आपां कहा सी भी जे असीं मान लो कंध मन्नांगे तो कंध दी लंबाई ते ऊंचाई भी हो सकती है या चौड़ाई ते ऊंचाई भी हो सकती है, पर जे आम तौर ते आपां नूं पुछे जांदे आ तां आपां लंबाई ते चौड़ाई ही टिक करांगे। नंबर ऑफ एंड पॉइंट्स ऑफ ए रे,
किरण किरण ਦੇ ਅੰਤ ਬਿੰਦੂ ਕਿੰਨੇ ਹੁੰਦੇ ਆ? ਕਿਰਨ ਹੁੰਦੀ ਹੈ ਬੇਟਾ ਜਿਹੜੀ ਇੱਕ ਪੁਆਇੰਟ ਤੋਂ ਸ਼ੁਰੂ ਹੁੰਦੀ ਹੈ ਤੇ ਦੂਜੇ ਪਾਸੇ ਨੂੰ ਜਿੱਥੋਂ ਤੱਕ ਮਰਜ਼ੀ ਉਹਨੂੰ ਆਪਾਂ ਲੈ ਕੇ ਜਾ ਸਕਦੇ ਆ। ਤਾਂ ਕਿਰਨ ਦਾ ਫਿਰ ਇੱਕ ਐਂਡ ਪੁਆਇੰਟ ਹੁੰਦਾ, ਇੱਕ ਅੰਤ ਬਿੰਦੂ ਹੁੰਦਾ, ਠੀਕ ਹੈ। ਤੇ ਨੰਬਰ ਆਫ ਐਂਡ ਪੁਆਇੰਟਸ ਆਫ ਅ ਲਾਈਨ, ਰੇਖਾ ਦੇ ਕਿੰਨੇ ਅੰਤ ਬਿੰਦੂ ਹੁੰਦੇ ਆ? ਰੇਖਾ ਜਿਹੜੀ ਕਿ ਆਪਾਂ ਕਿਹਾ ਸੀ ਵੀ ਅਨੰਤ ਹੁੰਦੀ ਹੈ ਹਨਾ, ਇੱਧਰ ਨੂੰ ਵੀ ਜਿੱਥੋਂ ਤੱਕ ਮਰਜ਼ੀ ਲੈ ਕੇ ਜਾ ਸਕਦੇ ਹੋ, ਇੱਧਰ ਨੂੰ ਵੀ ਜਿੱਥੋਂ ਤੱਕ ਮਰਜ਼ੀ ਲੈ ਕੇ ਜਾ ਸਕਦੇ ਹੋ। ਤਾਂ ਰੇਖਾ ਦਾ ਕੋਈ ਵੀ ਅੰਤ ਬਿੰਦੂ ਨਹੀਂ ਹੁੰਦਾ। ਤਿੰਨ ਚੀਜ਼ਾਂ ਹੁੰਦੀਆਂ, ਰੇਖਾ ਖੰਡ ਦੇ ਦੋ ਐਂਡ ਪੁਆਇੰਟ ਹੁੰਦੇ ਆ, ਰੇ ਕਿਰਨ ਦਾ ਇੱਕ ਹੁੰਦਾ ਤੇ ਲਾਈਨ ਦਾ ਇੱਕ ਵੀ ਨਹੀਂ ਹੁੰਦਾ। ਬਸ ਤਿੰਨੋਂ ਯਾਦ ਰੱਖੋ, ਕੰਮ ਖਤਮ। ਤਾਂ ਨੰਬਰ ਆਫ ਐਂਡ ਪੁਆਇੰਟਸ ਆਫ ਅ ਲਾਈਨ ਕੀ ਆ ਗਿਆ? 0। ਨੈਕਸਟ ਬੇਟਾ ਨੰਬਰ ਆਫ ਐਂਡ ਪੁਆਇੰਟਸ ਆਫ ਲਾਈਨ ਸੈਗਮੈਂਟ। ਤਾਂ ਆਪਾਂ ਹੁਣੇ ਕਿਹਾ ਰੇਖਾ ਖੰਡ ਦੇ ਕਿੰਨੇ ਹੁੰਦੇ ਆ, ਕਿਉਂਕਿ ਰੇਖਾ ਖੰਡ ਆਪਣੇ ਕੋਲ ਇੰਨਾ ਕੀ ਹੁੰਦਾ, ਤਾਂ ਸਟਾਰਟਿੰਗ ਪੁਆਇੰਟ ਤੇ ਐਂਡ ਪੁਆਇੰਟ ਦੋਨੋਂ ਚੀਜ਼ਾਂ ਹੁੰਦੀਆਂ ਤੇ ਇਹਦੇ ਦੋ ਅੰਤ ਬਿੰਦੂ ਹੁੰਦੇ ਆ, ਠੀਕ ਹੈ। ਮੈਕਸਿਮਮ ਨੰਬਰ ਆਫ ਏ ਪੁਆਇੰਟਸ ਔਨ ਏ ਲਾਈਨ, ਕਹਿੰਦੇ ਅਗਰ ਆਪਾਂ ਇੱਕ ਲਾਈਨ ਲੈਣੇ, ਇੱਕ ਲਾਈਨ ਦੇ ਉੱਤੇ ਤੁਸੀਂ ਵੱਧ ਤੋਂ ਵੱਧ ਕਿੰਨੇ ਬਿੰਦੂ ਲੈ ਸਕਦੇ ਹੋ? ਇੱਕ ਲਾਈਨ ਦੇ ਉੱਤੇ ਕਿੰਨੇ ਬਿੰਦੂ ਲੈ ਸਕਦੇ ਹੋ? ਅਣਗਿਣਤ ਸਰ। ਅਣਗਿਣਤ। ਇਨਿਊਮਰੇਬਲ ਦਾ ਮਤਲਬ ਵੀ ਬੇਟਾ ਅਣਗਿਣਤ ਹੁੰਦਾ ਹੈ। ਇੱਥੇ ਇਨਫਾਈਨਾਈਟ ਵੀ ਲਿਖਿਆ ਹੋ ਸਕਦਾ ਸੀ। ਇਨਫਾਈਨਾਈਟ ਦਾ ਮਤਲਬ ਵੀ ਕੀ ਹੁੰਦਾ ਹੈ? ਅਣਗਿਣਤ ਹੀ ਹੁੰਦਾ, ਠੀਕ ਹੈ। ਟੂ ਡਿਸਟਿੰਕਟ ਲਾਈਨਸ, ਦੋ ਵੱਖਰੀਆਂ ਲਾਈਨਾਂ। ਵੱਖਰੀਆਂ ਮਤਲਬ ਐ ਨਹੀਂ ਵੀ ਆਪਾਂ ਕਹੀਏ ਵੀ ਇੱਕੋ ਲਾਈਨ ਇਸੇ ਦੇ ਉੱਤੇ ਦੂਜੀ ਲਾਈਨ ਮਾਰਦੀ, ਇਹਦੇ ਉੱਤੇ ਨਹੀਂ ਮਾਰਨੀ, ਤਾਂ ਦੂਜੀ ਲਾਈਨ ਅੱਡ ਬਣਾਉਣੀ ਹੈ। ਦੋ ਵੱਖਰੀਆਂ ਲਾਈਨਾਂ ਬਣਾਉਣੀਆਂ। ਕਹਿੰਦਾ ਕੀ ਹੋਣਗੀਆਂ ਦੋ ਵੱਖਰੀਆਂ ਲਾਈਨਾਂ? ਆਲਵੇਜ਼ ਇੰਟਰਸੈਕਟ, ਹਮੇਸ਼ਾ ਕੱਟਦੀਆਂ। ਸਹੀ ਹੈ ਇਹ ਗੱਲ। ਤਾਂ ਅਸੀਂ ਕਿਹਾ ਵੀ ਲਾਈਨਾਂ ਪੈਰਲਲ ਵੀ ਤਾਂ ਹੋ ਸਕਦੀਆਂ, ਸਮਾਂਤਰ ਜਿਹੜੀਆਂ ਨਾ ਕੱਟਦੀਆਂ ਹੋਣ। ਇਹਦਾ ਮਤਲਬ ਇਹ ਆਪਸ਼ਨ ਕੀ ਹੈ? ਗਲਤ ਹੈ, ਹਮੇਸ਼ਾ ਨਹੀਂ ਕੱਟਦੀਆਂ। ਹੋ ਸਕਦਾ ਉਹ ਸਮਾਂਤਰ ਹੋਣ, ਪੈਰਲਲ ਹੋਣ, ਨਾ ਕੱਟਣ, ਠੀਕ ਹੈ। ਤਾਂ ਕਹਿੰਦਾ ਕੀ ਹੈ? ਜਾਂ ਤਾਂ ਕੱਟਦੀਆਂ ਹਨ ਜਾਂ ਸਮਾਂਤਰ, ਆਈਦਰ ਇੰਟਰਸੈਕਟ ਔਰ ਪੈਰਲਲ, ਠੀਕ ਹੈ। ਕੀ ਲੱਗਦਾ ਸਹੀ ਹੈ? ਤਾਂ ਆਪਾਂ ਦੋ ਲਾਈਨਾਂ ਬਣਾਵਾਂਗੇ। ਮੰਨ ਲਓ ਪਹਿਲੀ ਲਾਈਨ ਆ ਬਣਾ ਲਈ, ਹੁਣ ਦੂਜੀ ਲਾਈਨ, ਠੀਕ ਹੈ, ਆ ਪਹਿਲੀ ਲਾਈਨ ਬਣਾ ਲਈ, ਦੂਜੀ ਲਾਈਨ ਜਾਂ ਤਾਂ ਇਹਦੇ ਪੈਰਲਲ ਬਣਾਵਾਂਗੇ ਜਾਂ ਫਿਰ ਐਵੇਂ ਤਿਰਛੀ ਬਣਾਵਾਂਗੇ ਤਾਂ ਇਹਨੂੰ ਕੱਟੂਗੀ। ਹੋਰ ਕੋਈ ਤਰੀਕਾ ਹੈਗਾ ਆਪਣੇ ਕੋਲੇ ਲਾਈਨ ਬਣਾਉਣ ਦਾ? ਨੋ ਸਰ। ਜਾਂ ਤਾਂ ਪੈਰਲਲ ਹੋਊਗੀ ਜਾਂ ਇੰਟਰਸੈਕਟ ਕਰੂਗੀ। ਤਾਂ ਆਨਸਰ ਕੀ ਆ ਗਿਆ? ਡੀ ਆ ਗਿਆ। ਹਾਂਜੀ ਸਰ। ठीक है। क्वेश्चन नंबर 26 है, टू लाइंस इंटरसेक्ट ईच अदर टू फॉर्म ए। कहंदा दो रेखावां एक दूजे नूं कट के एक डैश बनाउंदियां हन। तां दो रेखावां एक दूजे नूं कट के की बनाउंदियां बेटा? बिंदु सर। एक पॉइंट बनाउंदियां, मतलब बिंदु बनाउंदियां। ओके। नेक्स्ट है बेटा क्वेश्चन नंबर 27, यूक्लिड्स एक्सॉइम 5। यूक्लिड ਦਾ ਪੰਜਵਾਂ ਸਵੈ ਸਿੱਧ ਕਿਹੜਾ ਹੈ? ਠੀਕ ਹੈ। ਤਾਂ ਪੰਜਵੇਂ ਨੰਬਰ ਤੇ ਕਿਹੜਾ ਹੈਗਾ? ਆਪਾਂ ਨੂੰ ਸੀਰੀਅਲ ਆਰਡਰ ਚ ਯਾਦ ਹੋਣੇ ਚਾਹੀਦੇ ਬੇਟਾ। ਤਾਂ ਪੰਜਵੇਂ ਨੰਬਰ ਤੇ ਕਿਹੜਾ ਆਉਂਦਾ ਹੈਗਾ? ਯਾਦ ਹੈ ਸਾਰਿਆਂ ਨੂੰ? ਪੂਰਾ ਭਾਗ ਨਾਲੋਂ ਵੱਡਾ ਹੈ। ਹੋਲ ਇਜ਼ ਗ੍ਰੇਟਰ ਦੈਨ ਦਾ ਪਾਰਟ। ਪੂਰਨ ਜਿਹੜੀ ਸੰਖਿਆ, ਕੋਈ ਵੀ ਪੂਰੀ ਚੀਜ਼ ਹੈ ਜਿਹੜੀ, ਉਹ ਆਪਦੇ ਭਾਗ ਨਾਲੋਂ, ਆਪਦੇ ਹਿੱਸੇ ਨਾਲੋਂ ਵੱਧ ਹੋਊਗੀ, ਹਨਾ। ਪੂਰੀ ਦੇ ਹੀ ਤਾਂ ਹਿੱਸੇ ਕਰਦੇ ਆ ਆਪਾਂ। ਤਾਂ ਪੂਰੀ ਚੀਜ਼ ਹੈ ਜਿਹੜੀ ਉਹ ਆਪਦੇ ਹਿੱਸੇ ਨਾਲੋਂ ਵੱਡੀ ਹੁੰਦੀ ਹੈ। ਇਹ ਤਾਂ ਪਤਾ ਹੈ ਵੀ ਸਾਨੂੰ ਇਹ ਯੂਕਲਿਡ ਦਾ ਐਗਜ਼ਾਇਮ ਹੈ, ਪੋਸਟੂਲੇਟ ਨਹੀਂ ਹੈ। ਪਰ ਉਹਦਾ ਨੰਬਰ ਪੁੱਛ ਲਿਆ ਉਹਨੇ ਵੀ ਕਿੰਨਵਾਂ ਨੰਬਰ ਹੈ, ਤਾਂ ਨੰਬਰ ਵੀ ਯਾਦ ਹੋਣਾ ਚਾਹੀਦਾ। ਉਸੇ ਤਰੀਕੇ ਨਾਲ ਇਹ ਤਾਂ ਕੁਐਸਚਨ ਪਾਇਆ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਬਈ ਯਾਦ ਕਰਨੇ ਆ ਸੀਰੀਅਲ ਆਰਡਰ ਦੇ ਵਿੱਚ। ਜਿਵੇਂ ਹੁਣ 28ਵਾਂ ਕੁਐਸਚਨ ਹੈ, ਯੂਕਲਿਡ ਦਾ ਪਹਿਲੀ ਮੂਲ ਧਾਰਨਾ ਕੀ ਹੈ? ਠੀਕ ਹੈ। ਕਿੰਨੀਆਂ ਮੂਲ ਧਾਰਨਾਵਾਂ ਟੋਟਲ? 7 ਕਿੰਨੀਆਂ ਮੂਲ ਧਾਰਨਾਵਾਂ ਹੈ? 5 7 ਸਰ। ਕਿੰਨੇ 5? ਸਵੈ ਸਿੱਧ ਕਿੰਨੇ ਹੈ? 7। ਤਾਂ ਯਾਦ ਰੱਖਣਾ ਬੇਟਾ, ਦੋ ਹੀ ਤਾਂ ਚੀਜ਼ਾਂ ਨੇ, ਸਵੈ ਸਿੱਧ 7 ਹੈਗੇ ਤੇ ਮੂਲ ਧਾਰਨਾਵਾਂ ਜਿਹੜੀਆਂ ਪੋਸਟੂਲੇਟ ਹੈ ਉਹ 5 ਹੈ। ਪਹਿਲਾ ਪੋਸਟੂਲੇਟ ਪੁੱਛਿਆ, ਕਹਿੰਦੇ ਫਸਟ ਕੀ ਹੈ? ਸਾਰਿਆਂ ਨੂੰ ਪਹਿਲੇ ਨੰਬਰ ਤੇ ਕੀ ਸੀਗਾ? ਆਪਾਂ ਨੇ ਕਿਹਾ ਸੀ ਵੀ ਕਿਸੇ ਵੀ ਬਿੰਦੂ ਤੋਂ ਕਿਸੇ ਹੋਰ ਬਿੰਦੂ ਤੱਕ ਸਿਰਫ ਔਰ ਸਿਰਫ ਇੱਕੋ ਹੀ ਸਿੱਧੀ ਰੇਖਾ ਖਿੱਚੀ ਜਾ ਸਕਦੀ ਹੈ। ਇਹੀ ਸੀਗਾ ਨਾ ਪਹਿਲਾ? ਹਾਂਜੀ ਸਰ। ਹਾਂਜੀ ਸਰ। ਤਾਂ ਸਾਰੀ ਥਿਊਰੀ ਕੁਐਸਚਨਾਂ ਨਾਲ ਆਪਾਂ ਨੂੰ ਐ ਪਤਾ ਲੱਗ ਜਾਂਦਾ ਬੇਟਾ, ਕੁਐਸਚਨ ਦੇਖ ਕੇ ਵੀ ਅਸੀਂ ਜਦੋਂ ਥਿਊਰੀ ਪੜ੍ਹੀ ਹੈ ਉਹ ਚ ਕੀ ਚੀਜ਼ਾਂ ਯਾਦ ਰੱਖਣੀਆਂ, ਕਿਹੜੀਆਂ ਸਿਰਫ ਸੁਣ ਕੇ ਛੱਡ ਦੇਣੀਆਂ। ਤਾਂ ਹੁਣ ਆਪਾਂ ਨੂੰ ਐ ਪਤਾ ਲੱਗ ਗਿਆ ਵੀ ਐ ਤਾਂ ਯਾਦ ਕਰਨਾ ਹੀ ਹੈ
भी ऐ तां पता लगना चाहिए भी आह मूल धारणा है कि स्वै सिद्ध है, लेकिन यह भी पता लगना चाहिए भी जे यह एक पोस्टुलेट है तो किनवें नंबर का पोस्टुलेट है, उन्होंने नंबरिंग भी याद रखनी। ठीक है, नेक्स्ट बेटा क्वेश्चन नंबर 29, द थिंग्स विच आर डबल ऑफ सेम थिंग आर, कहंदा वो चीज़ां जो इक्को जिहियां चीज़ां तो दुगनियां हुंदियां हन तां की हुंदियां वो आपस च की हुंदियां बराबर बराबर सर। बराबर। ये की सीगा एक्सॉइम सी के पोस्टुलेट सी? की सीगा बेटा एक्सॉइम के पोस्टुलेट है? एग्जाम सर। एग्जाम सर। है ना। देखो इनो सोचण ਦਾ ਤਰੀਕਾ ਇਹ ਹੁੰਦਾ ਹੈ ਵੀ ਆਪਾਂ ਐ ਸੋਚੋ ਵੀ ਕੀ ਇਹ ਇਕੱਲੇ ਆਪਾਂ ਜਿਓਮੈਟਰੀ 'ਚ ਹੀ ਵਰਤ ਸਕਦੇ ਆ, ਆਪਾਂ ਤਾਂ ਇਹਨੂੰ ਕਿਤੇ ਵੀ ਵਰਤ ਸਕਦੇ ਆ, है ना। अलजेब्रे 'ਚ ਵੀ ਵਰਤ ਸਕਦੇ ਆ ਵੀ ਇੱਕ ਮੰਨ ਲਓ x ਹੈ, ਇੱਕ ਰਕਮ 2x ਹੈ ਤਾਂ ਉਹ ਤੋਂ ਦੁੱਗਣੀ ਹੈ, ਤੀਜੀ ਰਕਮ ਉਹ ਵੀ 2x ਹੈ ਤਾਂ 2x ਬਰਾਬਰ 2x ਤਾਂ ਹੋਊਗਾ ਹੀ। ਤਾਂ ਜਿਹੜੀ ਚੀਜ਼ ਆਪਾਂ ਨੇ ਕਿਹਾ ਸੀ ਜਿਓਮੈਟਰੀ ਤੋਂ ਬਿਨਾ ਹੋਰ ਜਗ੍ਹਾ ਤੇ ਵੀ ਵਰਤੀ ਜਾ ਸਕਦੀ ਹੈ ਉਹ ਐਗਜ਼ਾਮ ਹੁੰਦਾ ਹੈ। ਤਾਂ ਥੋੜਾ ਸੋਚਣਾ ਤਾਂ ਆਪਾਂ ਬਾਰ-ਬਾਰ ਇੰਨਾ ਬਾਰ-ਬਾਰ ਬੋਲੀ ਜਾਂਦੇ ਆ ਵੀ ਸੁਣ ਕੇ ਆਪਾਂ ਨੂੰ ਚੰਗੀ ਤਰ੍ਹਾਂ ਯਾਦ ਹੀ ਹੋ ਜਾਣ। ਬਸ ਕਲਾਸ ਲਾ ਲਈ ਤਾਂ ਕਲਾਸ ਤੋਂ ਬਾਅਦ ਤਾਂ ਸਮਝ ਲਓ ਵੀ ਆਪਾਂ ਨੂੰ ਰੱਟਾ ਹੀ ਲੱਗ ਗਿਆ, ਸਾਰੇ ਚੰਗੀ ਤਰ੍ਹਾਂ ਯਾਦ ਹੀ ਹੋ ਗਏ। ਠੀਕ ਹੈ, ਹਾਊ ਮੈਨੀ ਪੁਆਇੰਟਸ ਕੈਨ ਬੀ ਕਾਮਨ ਇਨ ਟੂ ਡਿਸਟਿੰਕਟ ਸਟ੍ਰੇਟ ਲਾਈਨਸ, ਕਹਿੰਦਾ ਦੋ ਅਲੱਗ-ਅਲੱਗ ਵੱਖਰੀਆਂ ਸਿੱਧੀਆਂ ਲਾਈਨਾਂ ਦੇ ਵਿੱਚ ਕਿੰਨੇ ਸਾਂਝੇ ਬਿੰਦੂ ਹੋ ਸਕਦੇ ਆ, ਵੱਧ ਤੋਂ ਵੱਧ ਕਿੰਨੇ ਹੋ ਸਕਦੇ ਆ। ਠੀਕ ਹੈ, ਤਾਂ ਦੇਖੋ ਜੇ ਤਾਂ ਉਹ ਸਮਾਂਤਰ ਹੋਈਆਂ ਫਿਰ ਤਾਂ ਇੱਕ ਵੀ ਨਹੀਂ ਹੋਊਗਾ, ਤੇ ਜੇ ਕੱਟਦੀਆਂ ਹੋਈਆਂ ਫਿਰ ਇੱਕ ਹੋਊਗਾ, ਤਾਂ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਆ ਫਿਰ? ਇੱਕ ਸਰ। ਠੀਕ ਹੈ, ਇਫ ਟੂ ਸਰਕਲਸ ਆਰ ਇਕੁਅਲ, ਕਹਿੰਦਾ ਜੇ ਦੋ ਸਰਕਲ ਬਰਾਬਰ ਹੈ, ਦੋ ਚੱਕਰ ਬਰਾਬਰ ਹੈ, then their radii are, ਤਾਂ ਉਹਨਾਂ ਦੇ ਅਰਧ ਵਿਆਸ ਕੀ ਹੋਣਗੇ? ਮੰਨ ਲਓ ਦੋ ਚੱਕਰ ਹੈ, ਦੇਖਣ ਚ ਐ ਲੱਗਦਾ ਵੀ ਜਮਾ ਬਰਾਬਰ ਹੈ ਚੱਕਰ, ਠੀਕ ਹੈ, ਇੱਕ ਆ ਚੱਕਰ ਹੈ ਇੱਕ ਆ ਚੱਕਰ ਹੈ, ਜੇ ਐ ਲੱਗਦਾ ਵੀ ਜਮਾ ਬਰਾਬਰ ਲੱਗਦੇ ਆ ਦੇਖਣ, ਤਾਂ ਇਹਨਾਂ ਦੇ ਅਰਧ ਵਿਆਸ ਕੀ ਹੋਣਗੇ? ਬਰਾਬਰ ਸਰ। ਬਰਾਬਰ ਸਰ, ਹਨਾ। ਤਾਂ ਦੇਖੋ ਉਹਨਾਂ ਦਾ ਕੇਂਦਰ ਚਾਹੇ ਅੱਡ ਅੱਡ ਲੈ ਲਓ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜੇ ਆਪਾਂ ਅਰਧ ਵਿਆਸ ਇੱਕ ਦਾ ਵੱਧ ਲੈ ਲਾਂਗੇ ਇੱਕ ਦਾ ਘੱਟ ਤਾਂ ਉਹ ਵੱਡੇ ਛੋਟੇ ਹੋ ਜਾਣਗੇ। ਤਾਂ ਜੇ ਬਰਾਬਰ ਹੈ ਇਹਦਾ ਮਤਲਬ ਉਹਨਾਂ ਦੇ ਅਰਧ ਵਿਆਸ ਵੀ ਕੀ ਹੋਣੇ ਚਾਹੀਦੇ ਆ? ਬਰਾਬਰ ਹੋਣੇ ਚਾਹੀਦੇ ਆ। ठीक है, नेक्स्ट है अपने को बेटा क्वेश्चन नंबर 32, कहता 3 or more lines are called concurrent lines if they pass through dash point, तीन ਜਾਂ ਵੱਧ ਰੇਖਾਵਾਂ ਨੂੰ ਸਮਕਾਲੀ ਰੇਖਾਵਾਂ ਕਿਹਾ ਜਾਂਦਾ ਹੈ ਜੇਕਰ ਉਹ ਡੈਸ਼ ਬਿੰਦੂ ਵਿੱਚੋਂ ਲੰਘਦੀਆਂ ਹਨ। ਤਾਂ ਸਮਕਾਲੀ ਕਿਹੜੀਆਂ ਹੁੰਦੀਆਂ? ਕਿੰਨੇ ਬਿੰਦੂਆਂ ਚੋਂ ਪਾਸ ਕਰਨੀਆਂ ਚਾਹੀਦੀਆਂ ਸਮਕਾਲੀ ਰੇਖਾਵਾਂ? ਇੱਕ ਚੋਂ ਸਰ। ਤਾਂ ਜੇ ਤਿੰਨ ਜਾਂ ਤਿੰਨ ਤੋਂ ਵੱਧ ਲਾਈਨਾਂ ਇੱਕ ਬਿੰਦੂ ਚੋਂ ਟੱਪਦੀਆਂ ਹੋਣ ਤਾਂ ਉਹਨੂੰ ਆਪਾਂ ਕਹਿੰਦੇ ਆ ਸਮਕਾਲੀ ਰੇਖਾਵਾਂ। ਤਾਂ ਹੁਣ ਉਹਨੇ ਕੁਐਸਚਨ ਉਲਟਾ ਕੇ ਪੁੱਛ ਲਿਆ, ਕਹਿੰਦਾ ਵੀ ਜੇ ਸਮਕਾਲੀ ਰੇਖਾਵਾਂ ਹੈਗੀਆਂ ਤਿੰਨ ਜਾਂ ਤਿੰਨ ਤੋਂ ਵੱਧ ਤਾਂ ਕਿੰਨੇ ਬਿੰਦੂਆਂ ਚੋਂ ਟੱਪਦੀਆਂ ਹੋਣਗੀਆਂ, ਹਨਾ। ਤਾਂ ਇੱਕ ਬਿੰਦੂ ਚੋਂ, ਸਿੱਧਾ ਕੁਐਸਚਨ ਹੈ। 33 ਨੰਬਰ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਟਰੂ, ਸੱਚ ਦੱਸਣਾ ਹੈ ਕਿਹੜਾ ਸੱਚ ਹੈ। ਜਦੋਂ ਸੱਚ ਦੱਸਣਾ ਮਤਲਬ ਗਲਤ ਹੀ ਗਲਤ ਭਰੇ ਹੋਏ ਆ, ਤਿੰਨ ਗਲਤ ਹੈ ਇੱਕ ਸਹੀ ਹੈ, ਬਸ ਉਹ ਲੱਭਣਾ ਹੈ। ਠੀਕ ਹੈ, ਤਾਂ ਓਨਲੀ ਵਨ ਲਾਈਨ ਕੈਨ ਪਾਸ ਥਰੂ ਏ ਸਿੰਗਲ ਪੁਆਇੰਟ, ਇੱਕ ਬਿੰਦੂ ਵਿੱਚੋਂ ਸਿਰਫ ਇੱਕ ਰੇਖਾ ਹੀ ਲੰਘ ਸਕਦੀ ਹੈ। ਕੋਰਾ ਗੱਪ ਹੈ ਬੇਟਾ, ਇੱਕ ਬਿੰਦੂ ਵਿੱਚ ਦੀ ਤਾਂ ਅਨੰਤ ਰੇਖਾਵਾਂ ਟੱਪ ਸਕਦੀਆਂ ਨੇ, ਸਹੀ ਹੈ ਹਨਾ। ਤਾਂ ਇਹਦਾ ਮਤਲਬ ਪਹਿਲੇ ਵਾਲਾ ਤਾਂ ਜੀ ਕੋਰਾ ਗੱਪ ਹੈ। ਠੀਕ ਹੈ, ਦੂਜਾ ਕੀ ਹੈ? there are infinite number of lines which pass through two distinct points, ਕਹਿੰਦਾ ਦੋ ਵੱਖ-ਵੱਖ ਬਿੰਦੂਆਂ ਵਿੱਚੋਂ ਅਨੰਤ ਰੇਖਾਵਾਂ ਲੰਘਦੀਆਂ ਹਨ, ਦੋ ਵੱਖ-ਵੱਖ ਬਿੰਦੂਆਂ ਵਿੱਚ ਦੀ ਸਿਰਫ ਆਪਾਂ ਨੂੰ ਪਤਾ ਹੈ ਵੀ ਇੱਕੋ ਹੀ ਲਾਈਨ ਟੱਪ ਸਕਦੀ ਹੈ, ਅਨੰਤ ਕਿਵੇਂ ਟਪਾਵਾਂਗੇ? ਇਹ ਵੀ ਕੀ ਹੈ? ਜਮਾ ਗਲਤ ਹੈ, ਆਪਾਂ ਸੱਚ ਲੱਭਣਾ ਹੈ। ਚਲੋ ਦੋ ਪਤਾ ਲੱਗ ਗਏ ਤਾਂ ਇਹਨਾਂ ਦੋਨਾਂ ਵਿੱਚੋਂ ਇੱਕ ਹੋਊਗਾ ਜੀ। ਤਾਂ ਕਹਿੰਦੇ ਟਰਮੀਨੇਟਡ ਲਾਈਨ ਕੈਨ ਬੀ ਪ੍ਰੋਡਿਊਸਡ ਇਨਡੈਫੀਨਿਟਲੀ ਔਨ ਬੋਥ ਦਾ ਸਾਈਡਸ, ਇੱਕ ਸਮਾਪਤੀ ਰੇਖਾ ਅਣਮਿੱਥੇ ਸਮੇਂ ਲਈ ਵਧਾਈ ਜਾ ਸਕਦੀ ਹੈ। ਇਹ ਤਾਂ ਲਾਈਨ ਪੜ੍ਹ ਕੇ ਐ ਨਹੀਂ ਲੱਗਦਾ ਵੀ ਪੜੀ ਜੀ ਲਾਈਨ ਲੱਗਦੀ ਹੈ, ਕਿੱਥੇ ਪੜ੍ਹੀ ਸੀ ਆਪਾਂ ਨੇ? ਤੇ ਮੂਲ ਧਾਰਨਾ ਸੀ ਨਾ ਉਹਦੀ, ਯੂਕਲਿਡ ਦੀ ਪੰਜ ਜਿਹੜੀਆਂ ਆਪਾਂ ਪੜ੍ਹੇ ਆ ਪੋਸਟੂਲੇਟ, ਉਹਨਾਂ ਵਿੱਚੋਂ ਇੱਕ ਹੈ ਇਹ। ਹਾਂਜੀ ਹਾਂਜੀ ਸਰ, ਹਨਾ। ਕਿੰਨੇ ਨੰਬਰ ਸੀ ਇਹ? ਸੈਕਿੰਡ ਨੰਬਰ ਸਰ।
सेकंड नंबर पे थी सर। सेकंड नंबर ते सीगी, हाँ जी सर। याद रखनी है, ठीक है। ਤਾਂ ਇਹ ਕੀ ਹੈ ਫਿਰ, ਇਹ ਤਾਂ ਪੜੀ ਵੀ ਹੈ ਤਾਂ ਸਹੀ ਹੈ। ਆਪਾਂ ਦੇਖੀਏ ਵੀ ਚਲੋ ਇਹ ਤਾਂ ਸਹੀ ਹੈ, ਕਿਤੇ ਚੌਥੀ ਤਾਂ ਨਹੀਂ ਸਹੀ। ਚੌਥੀ ਕੀ ਦਿੱਤੀ ਹੈ, ਇਫ ਟੂ ਸਰਕਲਸ ਆਰ ਇਕੁਅਲ, ਜੇ ਦੋ ਚੱਕਰ ਬਰਾਬਰ ਹੈ ਤਾਂ ਉਹਨਾਂ ਦੇ ਅਰਧ ਵਿਆਸ ਕੀ ਹੁੰਦੇ ਆ, ਤਾਂ ਉਹਨਾਂ ਦੇ ਅਰਧ ਵਿਆਸ ਅਸਮਾਨ, ਠੀਕ ਹੈ। ਅਸਮਾਨ ਹੈ, ਅਨਇਕੁਅਲ ਲਿਖਿਆ ਨਾ, ਪੰਜਾਬੀ ਚ ਪਾਉਣਾ ਰਹਿ ਗਿਆ ਬੇਟਾ, ਅਸਮਾਨ। ਤਾਂ ਸਹੀ ਹੈ ਇਹ ਗੱਲ, ਜੇ ਦੋ ਚੱਕਰ ਬਰਾਬਰ ਹੈ ਤਾਂ ਉਹਨਾਂ ਦੇ ਅਰਧ ਵਿਆਸ ਅਸਮਾਨ ਹੋਣਗੇ ਕਿ ਬਰਾਬਰ ਹੋਣਗੇ, बराबर होंगे। बराबर ਇਹਦਾ होंगे सर। मतलब डी भी गलत है, तो आंसर आ गया सी, ठीक है। नेक्स्ट है बेटा क्वेश्चन नंबर 34, विच ऑफ द फॉलोइंग स्टेटमेंट्स इज नॉट ट्रू, कहंदा इन्हां विचों किहड़ा सच नहीं है। ਇਹ ਚ ਤਿੰਨ ਸੱਚ ਹੋਣਗੇ, ਇੱਕ ਗਲਤ ਹੋਊਗਾ, ਉਹ ਲੱਭਣਾ, ਠੀਕ ਹੈ। ਤਾਂ ਇੱਕ ਬਿੰਦੂ ਵਿੱਚੋਂ ਸਿਰਫ ਇੱਕ ਹੀ ਰੇਖਾ ਲੰਘ ਸਕਦੀ ਹੈ, ਤਾਂ ਇਹ ਸੱਚ ਨਹੀਂ ਹੈ, ਖਤਮ ਹੈ ਨਾ। ਓਨਲੀ ਵਨ ਲਾइन, ਆਪਾਂ ਨੂੰ ਪਤਾ ਹੈ ਇਹ ਝੂਠ ਹੈ, ठीक है, क्योंकि एक बिंदु विच दी तां आपां ने पढ़िया भी अनंत रेखावां टप सकदियां। तो जे आपां इंज सोचिए कि बाकी सही है कि गलत है, बाकी भी पढ़ के देख लो, दो वख-वख बिंदुओं विचों सिर्फ एक रेखा लंघ सकती है, सही है कि गलत है? सही है सर। एक समाप्ति रेखा अनमिथे समय लई वधाई जा सकती है, हाँ जी। जेकर दो चक्कर बराबर हैं तो उन्हां दे अर्ध व्यास बराबर है, सारे सही है ना। हाँ जी सर। पहला पहला सीगा, ठीक है। क्वेश्चन नंबर 35 है, which of these statements do not satisfy Euclid's axiom, कहना इन्हां विचों किहड़ा कथन यूक्लिड दे स्वै सिद्ध नूं पूरा नहीं करदा, ठीक है। The things which coincide with one another are equal to one another, ਜਿਹੜੀਆਂ ਚੀਜ਼ਾਂ ਇੱਕ ਦੂਜੇ ਨਾਲ ਮੇਲ ਖਾਂਦੀਆਂ ਹਨ ਉਹ ਇੱਕ ਦੂਜੇ ਦੇ ਬਰਾਬਰ ਹੁੰਦੀਆਂ, ਇਹ ਤਾਂ ਹੈਗਾ ਸਹੀ ਹੈ ਨਾ। दूसरा की है, इफ इक्वल्स आर सबट्रैक्टेड फ्रॉम इक्वल्स द रिमाइंडर्स आर इक्वल, ये भी पढ़िया सी आपां ने, जे बराबर चों बराबर घटाइए तो बराबर आउंदे आ, ठीक है। सी की है, होल इज लेसर दैन द पार्ट, पूरा जिहड़ा हुंदा है भाग तो घट है, गलत है, आपां पहला पढ़ के हटे हैं कि पूरा जिहड़ा हुंदा है वो भाग तो वध हुंदा है ना। तो उन्हें पूछा सी भी इन्हां चों किहड़ा सही नहीं है, तो आंसर कितना आ गया अपना, आंसर आ गया सी, ठीक है। फिर अपने को क्वेश्चन नंबर 36, द नंबर ऑफ लाइन सेगमेंट्स डिटरमाइंड बाय 3 कोलिनियर पॉइंट्स, ध्यान नाल करना बेटा क्वेश्चन है, ठीक है। तो कहते तीन समकाली बिंदुआं द्वारा निर्धारित रेखा खंडां दी गिनती, तो तीन समकाली बिंदु है, समकाली मतलब इको रेखा दे उत्ते आंदे आ, ठीक है। तो ए बी सी इको रेखा दे उत्ते तीन बिंदु आ रहे हैं, कहंदा इन्हां तो आ एक रेखा है अपने कोले, ठीक है। रेखा वधिया जी बनाइए, तो मान लो आ एक रेखा है अपने कोले, इस रेखा दे उत्ते तीन बिंदु है ए बी सी, तो कहंदे इत्थों किन्ने रेखाखंड किन्ने बनाए जा सकते हैं, तो रेखाखंड तो एक रेखाखंड ए बी है, ए बी एक रेखाखंड है, बी सी भी बनाया जा सकता है, ए सी भी बनाया जा सकता है, तो तीन रेखाखंड बनाए जा सकते हैं, ठीक है। पर जो ऐ पुछदा भी इन्हां तो किन्नियां रेखावां बनाईयां जा सकदियां, तो रेखा बनूगी एक, रेखाखंड बननगे तीन, फर्क समझो इन्हां दोनों दे विच। रेखाखंड तां हिस्से है बेटा, एक ए भी रेखाखंड है, बी सी भी रेखाखंड है, ए सी भी रेखाखंड है, पर जे रेखा कहांगे तो रेखा तो पूरी लंबी हुंदी है, अनंत हुंदी है, उहदी किते भी लंबाई जाके रुकदी नहीं, उहनूं जिथों तक मर्जी वधा सकदे हैं। फिर जे आपां नूं रेखा पुछी जाऊगी तो उहदा आंसर की आऊगा, उहदा आंसर आऊगा अपने कोले एक, जिवें कि क्वेश्चन नंबर 37 है, the number of lines determined by 3 collinear points, कहंदा तीन पॉइंटां विच दी किन्नियां लाइनां बना सकदे हां आपां, तां तीन पॉइंटां विच दी असीं क्या जी सिर्फ और सिर्फ एक लाइन ही बनाई जा सकदी है। फर्क पता लग गया दोनों च? हाँ जी सर। ठीक है। तो कहंदा एक्सियम्स और पोस्टुलेट्स की हुंदे आ, स्वै सिद्ध जां मूल धारणावां की हुंदियां, कंक्लूजन हुंदे आ, रीजन हुंदे आ, असम्पशनस हुंदे आ या क्वेश्चंस, कहंदा सिट्टे, कारण, धारणावां या सवाल की हुंदे आ, ये सारे धारणावां आपां मन के चले बेटा भी ऐ हुंदा, आपां सिद्ध नहीं कर सकते, मतलब आपां ये सिद्ध नहीं कर सकते भी पूरी चीज छोटे अद्ध तो वड्डी हुंदी है, आपां ये सिद्ध नहीं कर सकते भी जे बराबर चीज़ां चों बराबर घटाइए तो बराबर आउंदे, आपां मन के चलदे हैं भी हाँ वाकई ऐ होऊगा, भी मान लो
ਦੋ ਜਣਿਆਂ ਕੋਲੇ 10-10 ਰੁਪਏ ਸੀ, ਦੋਨਾਂ ਨੇ 5-5 ਰੁਪਏ ਦੇਤੇ, ਤਾਂ ਦੋਨਾਂ ਕੋਲੇ ਜਿਹੜੇ ਬਚੇ ਉਹ ਬਰਾਬਰ ਬਚੇ ਆ। ਆਪਾਂ ਇਹ ਸਾਰਾ ਮੰਨ ਕੇ ਚੱਲੇ ਹੋਏ ਆ, ਤਾਂ ਇਹ ਧਾਰਨਾਵਾਂ ਨੇ, ਠੀਕ ਹੈ। 39 ਨੰਬਰ ਕੁਐਸਚਨ ਹੈ, which among these is the relation between whole and part, ਠੀਕ ਹੈ। ਕਹਿੰਦਾ ਪੂਰਨ ਅਤੇ ਭਾਗ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਸੰਬੰਧ ਹੈ। ਤਾਂ ਆਪਾਂ 2-3 ਕੁਐਸਚਨ ਕਰ ਲਏ ਇਹਦੇ ਨਾਲ ਦੇ ਬੇਟਾ। ਜਿਹੜਾ ਪੂਰਨ ਹੈ ਉਹ ਭਾਗ ਤੋਂ ਵੱਡਾ ਹੁੰਦਾ ਹੈ ਨਾ, ਬੀ ਆਨਸਰ ਆ ਜਾਊਗਾ। हाँ जी सर। क्वेश्चन नंबर 40, a circle can be drawn with any dash and any radius, ਇੱਕ ਚੱਕਰ ਕਿਸੇ ਵੀ ਡੈਸ਼ ਅਤੇ ਕਿਸੇ ਵੀ ਅਰਧ ਵਿਆਸ ਨਾਲ ਬਣਾਇਆ ਜਾ ਸਕਦਾ ਹੈ, ਠੀਕ ਹੈ। ਤਾਂ ਕੀ ਉੱਤਰ ਆਊਗਾ? ਕੇਂਦਰ। ਤਾਂ ਕਿਸੇ ਵੀ ਕੇਂਦਰ ਨਾਲ ਤੇ ਜਿੰਨਾ ਮਰਜ਼ੀ ਅਰਧ ਵਿਆਸ ਲੈ ਕੇ ਆਪਾਂ ਇੱਕ ਚੱਕਰ ਬਣਾ ਸਕਦੇ ਹਾਂ, ਠੀਕ ਹੈ। फिर कहता जी आ क्वेश्चन भी ध्यान ना पढ़ो, इत्थे भी कई बच्चे कंफ्यूज हो जाते हैं। Theorems are statements which are proved using definitions, dash, previously proved statements and deductive reasoning। कहता theorem की हुंदी है? theorem वो कथन हुंदे है जो परिभाषावां दा वरतों करके होर एक चीज लभनी है किहड़ी, पहला साबित होए कथना अते निगमन तर्क दी वरतों करके साबित हुंदे आ। हुण परिभाषावां तां उहने क्या ही दित्तियां, ਆਪਾਂ ਇੱਥੇ ਖਾਲੀ ਥਾਂ ਤੇ ਪਰਿਭਾਸ਼ਾਵਾਂ ਤਾਂ ਭਰਾਂਗੇ ਨਹੀਂ, ਤੇ ਡੈਫੀਨੇਸ਼ਨ ਤਾਂ ਨਹੀਂ ਆਊਗਾ ਆਨਸਰ, ਹੈ ਨਾ, ਠੀਕ ਹੈ। ਥਿਓਰਮ ਤਾਂ ਉਹ ਆਪ ਹੀ ਹੈ, ਤਾਂ ਥਿਓਰਮ ਦੇ ਵਿੱਚ ਥਿਓਰਮ ਤਾਂ ਨਹੀਂ ਯੂਜ਼ ਕਰਾਂਗੇ ਆਪਾਂ। ਤਾਂ ਥਿਓਰਮ ਨੂੰ ਉਹਨੇ ਕਹਿ ਹੀ ਰਿਹਾ ਵੀ ਥਿਓਰਮ ਇੱਕ ਕਥਨ ਹੁੰਦੀ ਹੈ, ਤਾਂ ਕਥਨ ਵੀ ਨਹੀਂ ਆਊਗਾ। ਫਿਰ ਤਾਂ ਵਿੱਚ ਕੀ ਆਊਗਾ? ਐਗਜ਼ਾਈਮ, ਸਵੈ ਸਿੱਧ। ਤਾਂ ਜਦੋਂ ਅਸੀਂ ਕਿਸੇ ਪ੍ਰਮੇୟ ਨੂੰ ਸਿੱਧ ਕਰਨਾ ਹੁੰਦਾ ਹੈ, ਉਹਦੇ ਸਬੂਤ ਦੇਣੇ ਹੁੰਦੇ ਆ, ਤਾਂ ਉਹਦੇ ਵਿੱਚ ਅਸੀਂ ਐਗਜ਼ਾਈਮ ਜਾਂ ਮੂਲ ਧਾਰਨਾਵਾਂ ਦੀ ਵੀ ਵਰਤੋਂ ਕਰਦੇ ਹਾਂ ਬੇਟਾ, ਸਵੈ ਸਿੱਧ ਐਗਜ਼ਾਈਮ ਦੀ ਵੀ ਵਰਤੋਂ ਕਰਦੇ ਹਾਂ। ਤਾਂ ਇੱਥੇ ਮੂਲ ਧਾਰਨਾ ਦਿੱਤਾ ਨਹੀਂ ਹੋਇਆ ਪੋਸਟੂਲੇਟ, ਤੇ ਜੇ ਕਿਤੇ ਪੋਸਟੂਲੇਟ ਹੁੰਦਾ ਤਾਂ ਪੋਸਟੂਲੇਟ ਵੀ ਆ ਸਕਦਾ ਸੀ ਆਨਸਰ, ਤੇ ਜੇ ਐਗਜ਼ਾਈਮ ਹੈ ਤਾਂ ਐਗਜ਼ਾਈਮ ਆ ਜਾਊਗਾ ਆਨਸਰ, ਓਕੇ। हाँ जी सर। ਨੈਕਸਟ ਹੈ ਬੇਟਾ ਟੂ ਡਿਸਟਿੰਕਟ ਲਾਈਨਸ, ਦੋ ਵੱਖਰੀਆਂ ਲਾਈਨਾਂ। ਤੇ ਆਪਾਂ ਨੇ ਕੋਲੇ ਪਹਿਲਾਂ ਵੀ ਇਹਦੇ ਨਾਲ ਦਾ ਮਿਲਦਾ ਜੁਲਦਾ ਕੁਐਸਚਨ ਆਇਆ ਸੀ ਵੀ ਜੇ ਦੋ ਵੱਖਰੀਆਂ ਲਾਈਨਾਂ ਹੈ ਜਾਂ ਤਾਂ ਕੱਟਦੀਆਂ ਹਨ ਜਾਂ ਫਿਰ ਸਮਾਨਾਂਤਰ ਹੁੰਦੀਆਂ। ਮੈਕਸਿਮਮ ਨੰਬਰ ਆਫ ਲਾਈਨਸ that can pass through a single point, ਇੱਕ ਬਿੰਦੂ ਚੋਂ ਕਿੰਨੀਆਂ ਵੱਧ ਤੋਂ ਵੱਧ ਲਾਈਨਾਂ ਟੱਪ ਸਕਦੀਆਂ ਹੈ, ਠੀਕ ਹੈ। अनंत सर। ਤਾਂ ਇਹਦਾ ਆਨਸਰ ਕੀ ਆ ਜਾਊਗਾ ਆਪਣੇ ਕੋਲੇ? ਅਨੰਤ ਲਾਈਨਸ ਟੱਪ ਸਕਦੀਆਂ, ਇਨਫਾਈਨਾਈਟ ਲਾਈਨਸ ਆ ਜਾਊਗਾ ਅਨੰਤ। 44 ਨੰਬਰ ਕੁਐਸਚਨ ਹੈ, can two intersecting lines be parallel to a common line? ਕਹਿੰਦਾ ਦੋ ਕੱਟਵੀਆਂ ਰੇਖਾਵਾਂ ਕਿਸੇ ਇੱਕ ਲਾਈਨ ਦੇ ਸਮਾਨਾਂਤਰ ਹੋ ਸਕਦੀਆਂ। ਹੁਣ ਆ ਜਿਵੇਂ ਕੱਟਵੀਆਂ ਰੇਖਾਵਾਂ ਨੇ, ਕੀ ਇਹ ਕਿਸੇ ਹੋਰ ਤੀਜੀ ਰੇਖਾ ਦੇ ਸਮਾਂਤਰ ਹੋ ਸਕਦੀ ਹੈ ਦੋਨੋਂ? नो सर। हाँ जी ਹੋ ਸਕਦੀਆਂ। ਦੇਖੋ ਜੇ ਆਪਾਂ ਮੰਨ ਲਓ ਤੀਜੀ ਰੇਖਾ ਐ ਬਣਾਵਾਂਗੇ, ਆ ਇੱਕ ਤਾਂ ਇਹਦੇ ਸਮਾਂਤਰ ਹੋ ਸਕਦੀ ਹੈ, ਪਰ ਆ ਤਾਂ ਨਹੀਂ ਨਾ ਇਹਦੇ ਸਮਾਂਤਰ ਆਊਗੀ। ਜੇ ਮੰਨ ਲਓ ਆਪਣੇ ਕੋਲੇ L ਤੇ M ਦਿੱਤੀਆਂ ਹੋਈਆਂ, ਤੀਜੀ ਆਪਾਂ N ਬਣਾ ਲਈ। ਜੇ ਆਪਾਂ N ਬਣਾਈ N, ਜਾਂ ਤਾਂ N ਜਿਹੜੀ ਤੀਜੀ ਲਾਈਨ ਬਣਾਉਂਗੇ ਜਾਂ ਤਾਂ ਉਹ L ਦੇ ਪੈਰਲਲ ਹੋਊਗੀ ਜਾਂ M ਦੇ, ਦੋਨਾਂ ਦੇ ਕਿਵੇਂ ਸਮਾਂਤਰ ਹੋ ਸਕਦੀ ਹੈ ਤੀਜੀ ਲਾਈਨ? ਕਿ ਬਣਾ ਸਕਦੇ ਹੋ ਕੋਈ ਲਾਈਨ ਜਿਹੜੀ L ਔਰ M ਦੋਨਾਂ ਦੇ नहीं ਸਮਾਂਤਰ बन ਹੋ ਜਾਏ? सकती सर। नहीं सर। ਨਹੀਂ ਬਣਾ ਸਕਦੇ, ਹਨਾ। ਇੱਕ ਦੇ ਤਾਂ ਬਣਾ ਸਕਦੇ ਆ ਆਪਾਂ, ਦੋਨਾਂ ਦੇ ਸਮਾਂਤਰ ਨਹੀਂ ਬਣਾ ਸਕਦੇ, ਸਮਝੇ ਗੱਲ? ਧਿਆਨ ਨਾਲ ਪੜੋ ਕੁਐਸਚਨ। ਕਹਿੰਦਾ ਕੀ ਦੋ ਕਾਟਵੀਆਂ ਰੇਖਾਵਾਂ, ਹੁਣ L ਤੇ M ਕਾਟਵੀਆਂ ਰੇਖਾਵਾਂ ਨੇ, ਕਹਿੰਦਾ ਕੀ ਇਹ ਦੋਨੋਂ ਰੇਖਾਵਾਂ ਇੱਕ ਸਾਂਝੀ ਰੇਖਾ ਦੇ ਸਮਾਂਤਰ ਹੋ ਸਕਦੀਆਂ? L ਕੋਈ ਇਹੋ ਜਿਹੀ ਰੇਖਾ ਹੋ ਸਕਦੀ ਹੈ ਜਿਹਦੇ L ਵੀ ਸਮਾਂਤਰ ਹੋਵੇ ਤੇ M ਵੀ? ਜੇ L ਉਹਦੇ ਸਮਾਂਤਰ ਹੋਊ ਤਾਂ M ਉਹਨੂੰ ਕੱਟੂਗਾ, ਜੇ M ਉਹਦੇ ਸਮਾਂਤਰ ਹੋਊਗਾ ਤਾਂ L ਉਹਨੂੰ ਕੱਟੂਗਾ। ਦੋਨੋਂ ਤਾਂ ਨਹੀਂ ਕਿਸੇ ਦੇ ਸਮਾਂਤਰ ਹੋ ਸਕਦੀਆਂ ਇਹ ਕਦੇ ਵੀ, ਠੀਕ ਹੈ। 45 ਕੁਐਸਚਨ ਹੈ ਬੇਟਾ, ਪ੍ਰੂਫ ਇਜ਼ ਰਿਕੁਆਇਰਡ ਫॉर, ਕਹਿੰਦਾ ਸਬੂਤ ਦੇਣ ਦੀ ਲੋੜ ਕਿਹਦੇ ਵਾਸਤੇ ਪੈਂਦੀ ਹੈ? ਦੇਖੋ ਪਰਿਭਾਸ਼ਾ ਵਾਸਤੇ ਕੋਈ ਸਬੂਤ ਨਹੀਂ ਚਾਹੀਦਾ ਹੁੰਦਾ। ਪੋਸਟੂਲੇਟ ਤੇ ਐਗਜ਼ਾਈਮ ਆਪਾਂ ਕਿਹਾ ਸੀ ਇਹ ਹੁੰਦੇ ਹੀ ਸਵੈ ਸਿੱਧ ਹੈ, ਇਹਨਾਂ ਵਾਸਤੇ ਕੁਝ ਵੀ ਕਰਨ ਦੀ ਲੋੜ ਨਹੀਂ, ਸਪਸ਼ਟ ਹੁੰਦੇ ਆ ਇਹ, ਹਨਾ। ਤਾਂ ਪ੍ਰੂਫ ਦੀ ਲੋੜ ਕਿਹਦੇ ਵਾਸਤੇ ਪੈਂਦੀ ਹੈ ਆਪਾਂ ਨੂੰ? ਥਿਓਰਮ ਵਾਸਤੇ। थ्योरम। How many equilateral triangles can be drawn on the given line segment? ਕਹਿੰਦੇ ਦਿੱਤੇ ਰੇਖਾ ਖੰਡ ਦੇ ਤੇ ਕਿੰਨੇ ਸਮਭੁਜ ਤਿਕੋਣ ਬਣਾਏ ਜਾ ਸਕਦੇ ਆ। ਮੰਨ ਲਓ ਹੁਣ ਆਪਾਂ ਨੂੰ ਇੱਕ ਰੇਖਾ ਖੰਡ ਦਿੱਤਾ, ਹਾਂ, ਕਹਿੰਦਾ ਇਹਦੇ ਉੱਤੇ ਕਿੰਨੇ ਸਮਭੁਜ ਤਿਕੋਣ ਬਣਾ ਸਕਦੇ ਆ ਆਪਾਂ?
ਸਮਭੁਜ मतलब ਜਿਹਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੈ। ਤਾਂ ਕਹਿੰਦਾ ਜੀ ਇੱਕ ਤਾਂ ਅਸੀਂ ਦੇਖੋ ਐਵੇਂ ਬਣਾ ਸਕਦੇ ਹਾਂ ਉੱਪਰ ਨੂੰ, ਇੱਕ ਇੱਧਰ ਨੂੰ ਬਣ ਜਾਊਗਾ, ਦੂਜਾ ਕਹਿੰਦੇ ਅਸੀਂ ਇੱਧਰ ਨੂੰ ਬਣਾ ਸਕਦੇ ਹਾਂ ਨੀਚੇ ਨੂੰ, ਬਸ ਦੋ ਹੀ ਬਣਾ ਸਕਦੇ ਹਾਂ, ਤੀਜਾ ਨਹੀਂ ਬਣਾ ਸਕਦੇ ਬੇਟਾ। ਕਿਉਂ ਨਹੀਂ ਬਣਾ ਸਕਦੇ ਤੀਜਾ? ਕਿਉਂਕਿ ਇਹਦੇ ਜਿਹੜੇ ਆ ਕੋਣ ਹੁੰਦੇ ਆ ਨਾ 60 ਡਿਗਰੀ ਦੇ ਹੁੰਦੇ ਆ, ਤਾਂ ਪਤਾ ਸਾਰਿਆਂ ਨੂੰ हाँ जी सर। है ना। ਤਾਂ ਇੱਥੇ ਆ ਵੀ 60 ਡਿਗਰੀ ਦਾ, ਮਤਲਬ ਆਪਾਂ ਐ ਨਹੀਂ ਬਣਾ ਸਕਦੇ ਵੀ ਅਸੀਂ ਕਹੀਏ ਵੀ ਪੂਰੇ ਜੇ ਐ ਹੋਰ ਬਣਾ ਲਾਂਗੇ ਜੀ, ਜੇ ਐ ਬਣਾਵਾਂਗੇ ਤਾਂ ਉਹਦੇ ਕੋਣ ਵੱਧ ਘੱਟ ਨਹੀਂ ਹੋ ਜਾਣਗੇ, ਆ ਵੱਡਾ ਹੋ ਜੂ ਕੋਣਾ ਛੋਟਾ ਹੋ ਜੂ। ਤਾਂ ਆਹ ਵਾਲੀ ਜਿਹੜੀ ਰੇਖਾ ਹੈ ਇੱਕ ਰੇਖਾ ਦੇ ਉੱਪਰ ਬਣ ਸਕਦਾ ਹੈ, ਇੱਕ ਰੇਖਾ ਦੇ ਨੀਚੇ ਬਣ ਸਕਦਾ ਹੈ, ਸਿਰਫ ਦੋ ਹੀ ਬਣਨਗੇ, ਦੋ ਤੋਂ ਵੱਧ ਨਹੀਂ ਬਣਨਗੇ। ਕਈ ਵਾਰ ਆਪਾਂ ਸੋਚਦੇ ਹਾਂ ਵੀ ਜੀ ਆ ਇੱਥੇ ਜੇ ਬਣਾਇਆ ਇੱਕ ਟੇਢਾ ਜਿਹਾ ਕਰਕੇ ਬਣਾ ਦਿਓ, ਇੱਕ ਥੋੜਾ ਹੋਰ ਟੇਢਾ ਜਿਹਾ ਕਰਕੇ ਬਣਾ ਦਿਓ, ਤਾਂ ਤਿਕੋਣਾ ਤਾਂ ਜਿੰਨੀਆਂ ਮਰਜ਼ੀ ਬਣਾ ਲਓ ਪਰ ਸਮਭੁਜ ਨਹੀਂ ਬਣ ਸਕਦੀਆਂ, ਇਕੁਇਲੇਟਰਲ ਨਹੀਂ ਬਣ ਸਕਦੀਆਂ। ਇਕੁਇਲੇਟਰਲ ਦੋ ਹੀ ਬਣਨਗੀਆਂ। ਸਮਝ ਆਈ ਗੱਲ? हाँ जी सर। 47 क्वेश्चन है बेटा, a surface is that which has, ਕਹਿੰਦੇ ਸਤਹ ਕੀ ਹੁੰਦੀ ਹੈ, ਸਤਹ ਦੀ ਕੀ ਚੀਜ਼ ਹੁੰਦੀ ਹੈ, ਆਪਾਂ ਨੇ ਪੜ੍ਹੀ ਸੀ ਕਿੰਨੇ ਮਾਪ ਹੁੰਦੇ ਆ ਸਤਹ ਦੇ, ਦੋ ਹੁੰਦੇ ਆ। ਤੁਹਾਨੂੰ ਕਿਹਾ ਸੀ ਜੇ ਕੁਐਸਚਨ ਆ ਜਾਏ ਤਾਂ ਕੀ ਆਨਸਰ ਦਿਓਗੇ 47 ਨੰਬਰ ਦਾ? ਲੰਬਾਈ ਤੇ ਚੜਾਈ ਸਰ। ਠੀਕ ਹੈ। 48 ਨੰਬਰ ਹੈ ਯੂਕਲਿਡ ਸਟੇਟ that all right angles are equal to each other। ਤਾਂ ਕਹਿੰਦਾ ਯੂਕਲਿਡ ਨੇ ਇਹ ਗੱਲ ਕਹੀ ਸੀ ਵੀ ਸਾਰੇ ਸਮਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਆ। ਤਾਂ ਇਹ ਆਪਾਂ ਉਹਨੇ ਕਾਚ ਕਹੀ ਸੀ, ਜਿਹੜੇ ਐਗਜ਼ਾਮ ਲਏ ਸੀ ਉਹ ਚ ਕਹੀ ਸੀ ਕਿ ਪੋਸਟੂਲੇਟ ਚ ਕਹੀ ਸੀ? एग्जाम पोस्टुलेट। ठीक है, पोस्टुलेट च कही सी बेटा। देखो एग्जाम दे विच तां ज्योमेट्री दी गल ही नहीं करते, ठीक है। पोस्टुलेट किहड़े सी जिहड़े कल्ले ज्योमेट्री च वरतों कीती जांदी आ। हुण राइट एंगल कौन है? समकोण। समकोण तां ज्योमेट्री च ही वरतांगे आपां, हाँ जी हाँ जी सर। है ना। तां उहदे हिसाब नाल याद रख लिया करो, नहीं तां इहो जिहे क्वेश्चन बच्चे गलत कर दिंदे आ, ठीक है। 49 क्वेश्चन है, the line drawn from the center of the circle to any point on its circumference is called। ਕਹਿੰਦਾ ਚੱਕਰ ਦੇ ਕੇਂਦਰ ਤੋਂ ਇਹਦੇ ਘੇਰੇ ਤੇ ਕਿਸੇ ਵੀ ਬਿੰਦੂ ਤੱਕ ਖਿੱਚੀ ਗਈ ਰੇਖਾ ਨੂੰ ਕੀ ਕਹਿੰਦੇ ਆ? ਠੀਕ ਹੈ, ਮੰਨ ਲਓ ਆ ਚੱਕਰ ਹੈ, ਆ ਚੱਕਰ ਦਾ ਕੇਂਦਰ ਹੈ, ਤਾਂ ਚੱਕਰ ਦੇ ਕੇਂਦਰ ਤੋਂ ਘੇਰੇ ਤੱਕ ਇੱਕ ਰੇਖਾ ਖਿੱਚੀ ਹੈ, ਇਸ ਰੇਖਾ ਨੂੰ ਆਪਾਂ ਕੀ ਕਹਿੰਦੇ ਆ ਬੇਟਾ? अर्धव्यास। अर्धव्यास। आर नाल डिनोट करते हैं, तो ये की हुंदा है? रेडियस, अर्धव्यास, है ना। ते आखिरी क्वेश्चन है, which one of the following statements is incorrect? गलत लभना केड़ा है? तो वही लाइनां बार-बार लिखियां हुंदियां बेटा, इह च नवा कुछ है ही नहीं। तो देखो दिते गए दो वख-वख बिंदुओं विचों लंघन लई एक ते सिर्फ एक रेखा खिंची जा सकती है। बहुत बार पढ़ लिया हुण तां इह सही है कि गलत है? सही है सर। ये तो सही है, ठीक है। आपां गलत लभनी है। दो चक्कर बराबर हैं जेकर उन्हां दे अर्धव्यास बराबर है, सही है कि गलत है? सही है सर। सही है सर। तीन समकाली वख-वख बिंदुओं विचों लंघन वाली सिर्फ एक ही सतह नूं बनाया जा सकता है, ठीक है। ये आपां नहीं पढ़िया, आपां रेखा तो पढ़ी सी, सतह नहीं पढ़ी, है ना। तो चलो ये एक बार छड़ दिंने आ। ठोसां दीयां सीमावां सतह हन, सही है कि गलत है? सही है सर। ਇਹਦਾ मतलब है तीनों सही है, तो फिर गलत केड़ा बचा? आंसर आ गया सी, है ना। हुण सी च कहना की चाहुंदा वो, ठीक है। वो कहंदा जी तीन समकाली वख-वख बिंदुआं विचों लंघन वाली सिर्फ एक ही सतह नूं बनाया जा सकदा है, ठीक है। तो ये गलत है। देखो जे अपने कोले तीन समकाली होण बिंदु, ठीक है, देखो आ तीन समकाली बिंदु है। ਹੁਣ ਕਹਿੰਦਾ ਇਹਨਾਂ ਤਿੰਨਾਂ ਵਿੱਚ ਦੀ ਸਿਰਫ ਇੱਕੋ ਹੀ ਸਰਫੇਸ ਬਣਾਈ ਜਾ ਸਕਦੀ ਹੈ, ਇੱਕੋ ਹੀ ਸਤਹ ਬਣਾਈ ਜਾ ਸਕਦੀ ਹੈ। ਤਾਂ ਅਸੀਂ ਕਿਹਾ ਵੀ ਨਹੀਂ, ਗਲਤ ਹੈ ਜੀ। ਦੇਖੋ ਇੱਕ ਤਾਂ ਪਾ ਸਤਹ ਬਣਾਤੀ, ਆ ਜਿਹੜੀ ਬਣਾਈ ਹੈ ਸਰਫੇਸ ਇਹਨਾਂ ਤਿੰਨਾਂ ਪੁਆਇੰਟਾਂ ਚੋਂ ਕਰਦੀ ਹੈ ਪਾਸ। हाँ जी सर। ਮੰਨ ਲਓ ਆਪਾਂ ਨੇ ਇੱਕ ਹੋਰ ਬਣਾ ਦਿੰਨੇ ਆ ਜੀ ਇਸ ਤਰ੍ਹਾਂ, ਠੀਕ ਹੈ। ਆ ਵੀ ਇਹਨਾਂ ਤਿੰਨਾਂ ਬਿੰਦੂਆਂ ਚੋਂ ਪਾਸ ਕਰਦੀ ਹੈ। हाँ जी सर। ਜਿਵੇਂ ਮੰਨ ਲਓ ਆਪਾਂ ਕਾਪੀ ਖੋਲਦੇ ਆ ਬੇਟਾ, ਕਾਪੀ ਦੇ ਜਿੰਨੇ ਵੀ ਆਪਣੇ ਵਰਕੇ ਹੁੰਦੇ ਆ ਸਾਰੇ ਜਿਹੜੀ ਕਾਪੀ ਦੀ ਜੋੜਨ ਵਾਲੀ ਲਾਈਨ ਆ ਉਹ ਚੋਂ ਪਾਸ ਕਰਦੇ ਆ। हाँ जी सर। ਤਾਂ ਜੇ ਆਪਾਂ ਕੋਈ ਹੋਰ ਵੀ ਬਣਾ ਦਾਂਗੇ ਇਸ ਤਰ੍ਹਾਂ,
ਤਾਂ ਇਸ ਤਰ੍ਹਾਂ ਦਾ ਆਪਾਂ ਕਿੰਨੀਆਂ ਸਤ੍ਹਾ ਬਣਾ ਸਕਦੇ ਹਾਂ? ਅਨੰਤ ਬਣਾ ਦਾਂਗੇ। ਤਾਂ ਫਿਰ ਉਹਨੇ ਕਿਹਾ ਸੀ ਨਾ ਵੀ ਸਿਰਫ ਇੱਕੋ ਹੀ ਸਤ੍ਹਾ ਬਣਾਈ ਜਾ ਸਕਦੀ ਹੈ, ਤਾਂ ਆਪਾਂ ਕਿਹਾ ਨਹੀਂ ਬਈ ਇਹ ਗਲਤ ਲਾਈਨ ਹੈ, ਅਨੰਤ ਬਣਾਈਆਂ ਜਾ ਸਕਦੀਆਂ। ਠੀਕ ਹੈ। ਓਕੇ ਜੀ, ਥੈਂਕ ਯੂ।